30 ਅਕਤੂਬਰ 1922 ਦੇ ਨਾਲ। ਉਹ ਹੈ ਸਾਕਾ ਪੰਜਾ ਸਾਹਿਬ ਦਾ ਇਤਿਹਾਸ। ਔਰ ਦਾਸ ਨੂੰ ਅੱਧੇ ਘੰਟੇ ਦਾ ਸਮਾਂ ਪ੍ਰਾਪਤ ਹੋਇਆ ਹੈ। ਦਾਸ ਇਹੀ ਤੁਹਾਡੇ ਚਰਨਾਂ 'ਚ ਬੇਨਤੀ ਕਰੇਗਾ ਕਿ ਕਿਰਪਾ ਕਰਕੇ ਆਪਣੇ ਮੋਬਾਈਲ ਜੇ ਹੋ ਸਕੇ ਤਾਂ ਸਾਇਲੈਂਟ ਕਰ ਲਓ ਔਰ ਅੱਧੇ ਘੰਟੇ ਤੱਕ ਆਪ ਜੀ ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ ਕੇ ਇਤਿਹਾਸ ਦੇ ਇਸ ਦਰਦਨਾਕ ਜਿਹੜਾ ਦ੍ਰਿਸ਼ ਸਾਡੇ ਸਾਹਮਣੇ ਆਉਣੇ ਇਹਨੂੰ ਤੁਸੀਂ ਧਿਆਨ ਦੇ ਨਾਲ ਸਰਵਣ ਕਰ ਲਿਆ ਜੇ। ਸਾਨੂੰ ਇਸ ਇਤਿਹਾਸ ਤੋਂ ਅੱਜ ਗੁਰੂ ਕੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਦੀ ਤਾਕਤ ਦਾ ਪਤਾ ਲੱਗੇਗਾ। ਆਓ ਸਭ ਤੋਂ ਪਹਿਲਾਂ ਆਪ ਕਰੋ ਕਿਰਪਾ, ਗੁਰੂ ਦਰ ਤੋਂ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਔਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਪਾਵਨ ਚਰਨ, ਗੁਰੂ ਕਾ ਬਾਗ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਅਜਨਾਲੇ ਵਾਲੀ ਸਾਈਡ ਦੇ ਉੱਤੇ ਜਿੱਥੇ ਗੁਰੂ ਕਾ ਬਾਗ ਅਸਥਾਨ ਹੈ, ਪੰਜਾ ਸਾਹਿਬ ਦਾ ਜਿਹੜਾ ਸਾਕਾ ਅੱਜ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ, ਉਹਦੀ ਸ਼ੁਰੂਆਤ ਦਾ ਕੁਝ ਹਿੱਸਾ ਗੁਰੂ ਕੇ ਬਾਗ ਦੇ ਨਾਲ ਜੁੜਦਾ ਹੈ। ਜਿੱਥੇ ਗੁਰੂ ਕੇ ਬਾਗ ਦਾ ਮੋਰਚਾ ਸ਼ੁਰੂ ਹੋਇਆ ਸੀ, ਉਹ ਅਸਥਾਨ ਗੁਰੂ ਕਾ ਬਾਗ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨ ਪਏ, ਗੁਰੂ ਤੇਗ ਬਹਾਦਰ ਮਹਾਰਾਜ ਦੀ ਚਰਨ ਸ਼ੋਭੀ ਜਿਸ ਅਸਥਾਨ ਨੂੰ ਪ੍ਰਾਪਤ ਹੈ, ਉੱਥੇ ਗੁਰੂ ਕੇ ਬਾਗ ਦੇ ਵਿੱਚੋਂ ਸਮਾਂ ਸੀ ਜਦੋਂ ਅੰਗਰੇਜ਼ ਹਕੂਮਤ ਆਪਣੀ ਤਾਕਤ ਦੇ ਵਿੱਚ ਆਈ ਔਰ ਅੰਗਰੇਜ਼ ਹਕੂਮਤ ਨੇ ਜਦੋਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਉੱਤੇ ਆਪਣੇ ਥਾਪੇ ਹੋਏ ਮਹੰਤਾਂ ਨੂੰ ਗੁਰਦੁਆਰਿਆਂ ਦੇ ਉੱਤੇ ਕਾਬਜ਼ ਕਰਾ ਦਿੱਤਾ। ਗੁਰਦੁਆਰਿਆਂ ਦੇ ਵਿੱਚ ਸੇਵਾਦਾਰ ਹੋ ਕੇ ਸੇਵਾ ਕਰਨੀ ਵੱਖਰੀ ਗੱਲ ਹੈ, ਪਰ ਗੁਰਦੁਆਰੇ ਦੇ ਵਿੱਚ ਕਾਬਜ਼ ਹੋ ਜਾਣਾ, ਇੱਕ ਕਬਜ਼ਾ ਜਮਾ ਲੈਣਾ, ਉਹ ਮਹੰਤਾਂ ਦੇ ਹਵਾਲੇ ਕੀਤਾ ਗਿਆ ਬ੍ਰਿਟਿਸ਼ ਹਕੂਮਤ ਸਰਕਾਰ ਦੇ ਵੱਲੋਂ। ਉਹਨਾਂ ਨੂੰ ਮਹੰਤਾਂ ਨੂੰ ਗੁਰਦੁਆਰਿਆਂ, ਇਤਿਹਾਸਕ ਗੁਰਦੁਆਰਿਆਂ ਦੀਆਂ ਚਾਬੀਆਂ ਪਕੜਾ ਕੇ ਉੱਥੋਂ ਦੇ ਮਹੰਤ ਥਾਪ ਦਿੱਤਾ ਗਿਆ। ਭਾਵੇਂ ਉਹ ਅਨੰਦਪੁਰ ਸਾਹਿਬ ਦਾ ਅਸਥਾਨ ਸੀ, ਭਾਵੇਂ ਗੁਰੂ ਕੇ ਬਾਗ ਦਾ ਅਸਥਾਨ ਸੀ, ਭਾਵੇਂ ਨਨਕਾਣਾ ਸਾਹਿਬ ਸੀ, ਇਹ ਸਾਰੇ ਇਤਿਹਾਸਕ ਅਸਥਾਨ ਅੰਗਰੇਜ਼ਾਂ ਦੇ ਵੱਲੋਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮਹੰਤਾਂ ਦੇ ਹਵਾਲੇ ਕਰ ਦਿੱਤੇ ਗਏ। ਹੌਲੀ ਹੌਲੀ ਇਹ ਮਹੰਤ ਜਦੋਂ ਗੁਰਦੁਆਰਿਆਂ ਦੀਆਂ ਨਾਮ ਤੇ ਬਹੁਤੀਆਂ ਜਗੀਰਾਂ ਲੱਗੀਆਂ, ਕਿਉਂਕਿ ਪੁਰਾਣੇ ਸਮੇਂ ਤੋਂ ਗੁਰਦੁਆਰਿਆਂ ਦੇ ਨਾਮਾਂ ਤੇ ਬਹੁਤ ਜਗੀਰ ਸੀ। ਸਾਕਾ ਨਨਕਾਣਾ ਸਾਹਿਬ ਦੇ ਵੇਲੇ ਜਦੋਂ ਆਪਾਂ ਸੁਣਦੇ ਹਾਂ, ਨਨਕਾਣਾ ਸਾਹਿਬ ਦੇ ਪਰਥਾਏ ਵੀ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਜ਼ਿਆਦਾ ਜ਼ਮੀਨ ਲਗਾਈ ਸੀ। ਤੋ ਹੋਰਨਾਂ ਅਸਥਾਨਾਂ ਦੀ ਤਰ੍ਹਾਂ ਗੁਰੂ ਕੇ ਬਾਗ ਦੀ ਵੀ ਬਹੁਤ ਵੱਡੀ ਜਗੀਰ ਸੀ ਕਿ ਗੁਰੂ ਕੇ ਬਾਗ ਦੇ ਵਿੱਚੋਂ ਕੋਈ 5 ਸਿੰਘ ਗੁਰੂ ਕੇ ਲੰਗਰ ਵਾਸਤੇ, ਲੰਗਰ ਪ੍ਰਸ਼ਾਦਾ ਪਕਾਉਣ ਵਾਸਤੇ ਗੁਰੂ ਕੇ ਜ਼ਮੀਨ ਵਿੱਚੋਂ, ਜਿਹੜੇ ਕਿ ਗੁਰੂ ਕੇ ਬਾਗ ਵਿੱਚ ਗਏ, ਗੁਰੂ ਕੀ ਜ਼ਮੀਨ ਸੀ, ਉਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਸੀ, ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਲੰਗਰ ਪੱਕਣ ਦੀ ਸੇਵਾ ਵਾਸਤੇ ਲੱਕੜਾਂ ਚਾਹੀਦੀਆਂ ਸਨ। ਉਹ 5 ਸਿੰਘ ਗੁਰਦੁਆਰਾ ਸਾਹਿਬ ਤੋਂ ਸੇਵਾ ਲੈ ਕੇ ਜਦੋਂ ਗੁਰੂ ਕੇ ਬਾਗ ਵਿੱਚ ਲੱਕੜਾਂ ਕੱਟਣ ਵਾਸਤੇ ਗਏ, ਜਿਹੜੀਆਂ ਸੁੱਕੀਆਂ ਲੱਕੜਾਂ ਸਨ, ਉਹ ਸੁੱਕੀਆਂ ਲੱਕੜਾਂ ਕੱਟਦਿਆਂ ਹੋਇਆਂ ਨੂੰ ਉਸੇ ਵਕਤ ਅੰਗਰੇਜ਼ ਸਰਕਾਰ ਦੇ ਜਿਹੜੇ ਪੁਲਿਸੀਏ ਸਨ, ਉਹਨਾਂ ਨੇ ਆ ਕੇ ਪਕੜ ਲਿਆ। ਉਹਨਾਂ ਉੱਤੇ ਪਰਚੇ ਪਾ ਦਿੱਤੇ ਗਏ ਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਡੱਕ ਦਿੱਤਾ ਗਿਆ। ਹੁਣ ਇਹ ਤੇ ਕੋਈ ਮਸਲਾ ਨਹੀਂ ਸੀ, ਉਹ ਕੋਈ ਆਪਣੇ ਵਾਸਤੇ ਲੱਕੜਾਂ, ਆਪਣੇ ਘਰ ਵਾਸਤੇ ਲੱਕੜਾਂ ਨਹੀਂ ਸੀ ਲੈਣ ਵਾਸਤੇ ਆਏ। ਉਹ ਗੁਰੂ ਕੇ ਬਾਗ ਵਿੱਚੋਂ ਸਤਿਗੁਰੂ ਦੇ ਲੰਗਰ ਪ੍ਰਸ਼ਾਦ ਵਾਸਤੇ
ਸਤਿਗੁਰੂ ਜੀ ਦੇ ਲੰਗਰ ਪ੍ਰਸ਼ਾਦ ਵਾਸਤੇ ਲੱਕੜਾਂ ਲੈਣ ਵਾਸਤੇ ਆਏ ਸਨ, ਜੋ ਕਿ ਇੱਕ ਸੇਵਾ ਦਾ ਕਾਰਜ ਸੀ। ਪਰ ਕਿਉਂਕਿ ਮਹੰਤਾਂ ਦੀ ਆਪਣੀ ਹਕੂਮਤ ਬਣੀ ਹੋਈ ਸੀ, ਕਿਉਂਕਿ ਹਕੂਮਤ ਨੇ ਉਹਨਾਂ ਨੂੰ ਪਿੱਠੂ ਬਣਾ ਕੇ ਰੱਖਿਆ ਹੋਇਆ ਸੀ, ਬਦ ਇਖਲਾਕੀ ਦੇ ਇਹ ਮਹੰਤ ਜਿਹੜੇ ਕਿ ਕਰੈਕਟਰ ਦੇ ਪੱਖੋਂ ਵੀ ਬਹੁਤ ਜ਼ਿਆਦਾ ਬਦ ਇਖਲਾਕ ਹੋ ਗਏ ਸਨ ਤੇ ਆਪਣੀਆਂ ਮਨ ਮਰਜ਼ੀਆਂ ਕਰਨ ਲੱਗ ਪਏ ਸਨ। ਇਹਨਾਂ ਨੇ ਗੁਰੂ ਕੇ ਸਿੱਖਾਂ ਨੂੰ ਉਥੋਂ ਲੱਕੜਾਂ ਨਹੀਂ ਵੱਢਣ ਦਿੱਤੀਆਂ ਗਈਆਂ, ਬਲਕਿ ਇਹਨਾਂ ਨੇ ਉਲਟੀਆਂ ਸ਼ਿਕਾਇਤਾਂ ਲਗਾ ਕੇ ਉਹਨਾਂ ਉੱਤੇ ਪਰਚੇ ਪਵਾਤੇ ਤੇ ਅੰਗਰੇਜ਼ ਸਰਕਾਰ ਦੇ ਵੱਲੋਂ ਆਏ ਹੋਏ ਪੁਲਿਸ ਉਹਨਾਂ ਨੂੰ ਚੁੱਕ ਕੇ ਲੈ ਜਾਂਦੀ ਹੈ, ਜੇਲ੍ਹ ਵਿੱਚ ਟੱਕ ਦਿੰਦੀ ਹੈ। ਜਦੋਂ ਇਹ ਘਟਨਾ ਜਿਹੜੀ ਹੈ ਪਤਾ ਲੱਗੀ ਤਾਂ ਪਿਆਰਿਓ ਉਸ ਵਕਤ ਫਿਰ ਇਹਨਾਂ ਇਤਿਹਾਸਕ ਅਸਥਾਨਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਵਾਸਤੇ ਗੁਰਦੁਆਰਾ ਸੁਧਾਰ ਲਹਿਰ ਦੀ ਇੱਕ ਮੁਹਿੰਮ ਜਿਹੜੀ ਹੈ ਉਹ ਚੱਲੀ। ਬਈ ਇਹਨਾਂ ਮਹੰਤਾਂ ਨੇ ਜਿਹੜੀਆਂ ਆਪਣੀਆਂ ਮਨ ਮਰਜ਼ੀਆਂ ਕੀਤੀਆਂ ਹੋਈਆਂ ਨੇ, ਇਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਇਹਨਾਂ ਨੂੰ ਗੁਰਦੁਆਰੇ ਤੋਂ ਆਜ਼ਾਦ ਕਰਾਇਆ ਜਾਏ, ਕਿਉਂਕਿ ਨਾ ਇਹਨਾਂ ਨੂੰ ਮਰਿਆਦਾ ਦਾ ਪਤਾ ਹੈ ਤੇ ਨਾ ਇਹ ਆਪਣੇ ਇਖਲਾਕ ਦੇ ਵਿੱਚ, ਨਾ ਇਹਨਾਂ ਨੂੰ ਗੁਰਦੁਆਰੇ ਦੀ ਕਿਸੇ ਸੇਵਾ ਦੇ ਨਾਲ ਮਤਲਬ ਹੈ, ਸਿਰਫ ਜਗੀਰਾਂ ਖਾਣ ਵਾਸਤੇ ਬੈਠੇ ਹੋਏ ਨੇ। ਤੇ ਪਿਆਰਿਓ ਸਿੱਖ ਕੌਮ ਜਿਹੜੀ ਹੈ ਇਕੱਠੀ ਹੋ ਕੇ ਜਦੋਂ ਉਹਨਾਂ ਦੇ ਕੋਲ ਗਈ, ਉਹਨਾਂ ਨੂੰ ਆਖਿਆ ਵੀ ਤੁਸੀਂ ਬਾਜ਼ ਆ ਜਾਓ, ਜਿਹੜੀਆਂ ਮਰਜ਼ੀਆਂ ਤੁਸੀਂ ਕਰਦੇ ਹੋ ਨਾ, ਇਹਨਾਂ ਗੱਲਾਂ ਤੋਂ ਬਾਜ਼ ਆ ਕੇ ਤੁਸੀਂ ਸਿੱਧੇ ਹੋ ਜਾਓ। ਜੇ ਗੁਰਦੁਆਰੇ ਦੀਆਂ ਚਾਬੀਆਂ ਆਪਣੇ ਕੋਲ ਰੱਖਣੀਆਂ ਨੇ ਤੇ ਗੁਰਦੁਆਰੇ ਦੇ ਅਨੁਸਾਰ ਜਿਹੜੇ ਸਿਧਾਂਤ, ਜਿਹੜਾ ਇਖਲਾਕ, ਜਿਹੜੀ ਮਰਿਆਦਾ ਹੈ ਉਹਦੇ ਅਨੁਸਾਰ ਚੱਲੋ, ਨਹੀਂ ਤਾਂ ਤੁਹਾਡੇ ਕੋਲੋਂ ਇਹ ਅਸਥਾਨ ਆਜ਼ਾਦ ਕਰਾ ਲਏ ਜਾਣਗੇ। ਉਹਨਾਂ ਨੇ ਮਨਮੱਤ ਦਾ ਕਰਮਕਾਂਡ ਘੋਲਿਆ ਹੋਇਆ ਸੀ, ਆਪਣੀਆਂ ਮਰਜ਼ੀਆਂ ਕਰਦੇ ਸਨ, ਆਪਣੇ ਨਿੱਜ ਵਾਸਤੇ ਵਰਤਦੇ ਸਨ ਉਹਨਾਂ ਅਸਥਾਨਾਂ ਨੂੰ। ਤੇ ਗੁਰੂ ਕੇ ਸਿੰਘਾਂ ਨੇ, ਸੰਗਤਾਂ ਨੇ ਸਮਝਾਇਆ, ਪਰ ਪਿੱਛੇ ਕਿਉਂਕਿ ਅੰਗਰੇਜ਼ਾਂ ਦੀ ਪੂਰੀ ਸ਼ਹਿ ਸੀ, ਹੱਲਾਸ਼ੇਰੀ ਸੀ, ਬਈ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਖੜੇ ਹਾਂ। ਮਹੰਤ ਡਰਦੇ ਨਹੀਂ ਸਨ, ਸਾਹਮਣੇ ਸਾਹਮਣੇ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਹਾਂ, ਪਰ ਮਹੰਤਾਂ ਨੇ ਕੀਤੀਆਂ ਆਪਣੀਆਂ ਮਰਜ਼ੀਆਂ। ਉਹਨਾਂ ਸਿੰਘਾਂ ਨੂੰ ਛੁਡਾਉਣ ਵਾਸਤੇ ਫਿਰ ਸਿੰਘ ਇਕੱਠੇ ਹੋਏ। ਇਹ ਲਹਿਰ ਜਿਹੜੀ ਹੈ ਹੌਲੀ ਹੌਲੀ ਜ਼ੋਰ ਫੜ ਗਈ ਤੇ ਪਿਆਰਿਓ ਸਿੰਘਾਂ ਨੇ ਆਪਣੀਆਂ, ਹੋਰਨਾਂ ਸਿੰਘਾਂ ਨੇ ਆਪਣੀਆਂ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕਰਤੀਆਂ। ਕਹਿਣ ਲੱਗੇ ਜੇ ਉਹਨਾਂ ਨੂੰ ਨਹੀਂ ਛੱਡੋਗੇ ਤੇ ਸਾਡੀਆਂ ਵੀ ਗ੍ਰਿਫਤਾਰੀਆਂ ਲਵੋ। ਫਿਰ ਅੰਗਰੇਜ਼ ਸਰਕਾਰ ਪਹਿਲਾਂ ਤਾਂ ਬੜੇ ਆਪਣੇ ਅਹੰਕਾਰ ਦੇ ਨਸ਼ੇ ਵਿੱਚ ਸੀ, ਕਹਿਣ ਲੱਗੀ ਕੋਈ ਗੱਲ ਨਹੀਂ, ਸਾਡੇ ਕੋਲ ਵੀ ਬੜੀਆਂ ਬੜੀਆਂ ਜੇਲ੍ਹਾਂ ਪਈਆਂ ਨੇ, ਸਾਡੇ ਕੋਲ ਵੀ ਜੇਲ੍ਹਾਂ ਡੱਕਣ ਵਾਸਤੇ ਬਤੇਰੀਆਂ ਥਾਵਾਂ ਨੇ, ਸਾਡੇ ਕੋਲ ਵੀ, ਅਸੀਂ ਵੀ ਗ੍ਰਿਫਤਾਰੀਆਂ ਤੁਹਾਡੀਆਂ ਕਰੀ ਜਾਵਾਂਗੇ। ਸਿੰਘ ਕਹਿਣ ਲੱਗੇ ਠੀਕ ਹੈ। ਤੇ ਪਿਆਰਿਓ ਹੌਲੀ ਹੌਲੀ ਇੱਕ ਜੇਲ੍ਹ, ਦੋ ਜੇਲ੍ਹ, ਜਦੋਂ ਸੈਂਟਰਲ ਜੇਲ੍ਹਾਂ ਤੱਕ ਵੀ ਭਰਨ ਲੱਗ ਪਈਆਂ ਪਿਆਰਿਓ, ਤੇ ਅੰਗਰੇਜ਼ਾਂ ਨੂੰ ਵੀ ਆਪਣੇ ਅੰਦਰ ਹੁਣ ਡਰ ਪੈਦਾ ਹੋਣ ਲੱਗ ਪਿਆ ਵੀ ਇਹ ਤੇ ਸਿੰਘ ਤਾਂ ਇੰਨੇ ਸਖਤੇ ਵਿੱਚ ਆ ਗਏ ਨੇ ਵੀ ਤੇ ਸਾਡੀਆਂ ਜੇਲ੍ਹਾਂ ਤੱਕ ਭਰ ਚੱਲੇ ਨੇ, ਤੇ ਅਜੇ ਵੀ ਜੱਥੇ ਪਿੱਛੋਂ ਰੁਕਦੇ ਨਹੀਂ ਪਏ। ਤੇ ਪਿਆਰਿਓ ਸਮਾਂ ਉਦੋਂ ਆਇਆ ਜਦੋਂ ਰਾਵਲਪਿੰਡੀ ਤੋਂ ਅਟਕ ਵਾਲੇ ਪਾਸੇ ਇੱਕ ਟ੍ਰੇਨ, ਕਿਉਂਕਿ ਪਿਛਲੀਆਂ ਸਾਰੀਆਂ ਜੇਲ੍ਹਾਂ ਭਰ ਗਈਆਂ ਸਨ, ਤੇ ਜਿਵੇਂ ਜਿਵੇਂ ਜੇਲ੍ਹਾਂ ਭਰਦੀਆਂ ਜਾਂਦੀਆਂ ਉਹ ਜੱਥਿਆਂ ਨੂੰ ਜਿਹੜੀਆਂ ਅਗਲੀਆਂ ਜੇਲ੍ਹਾਂ ਨੇ ਉਹਨਾਂ ਵਿੱਚ ਸ਼ਿਫਟ ਕਰਨ ਵਾਸਤੇ ਜੱਥਿਆਂ ਨੂੰ ਕਿਸੇ ਵਾਹਨ ਦੇ ਰਾਹੀਂ ਜਾਂ ਜਿਹਦਾ ਵੀ ਵਸੀਲਾ ਹੋ ਜਾਏ ਉਵੇਂ ਦੂਰ ਦੁਰਾਡੇ ਤੱਕ ਜਿਹੜੀਆਂ ਖਾਲੀ ਜੇਲ੍ਹਾਂ ਨੇ ਉਹਨਾਂ ਵਿੱਚ ਭੇਜਿਆ ਜਾਣ ਲੱਗ ਪਿਆ। ਰਾਵਲਪਿੰਡੀ ਤੋਂ ਅਟਕ ਦੇ ਵੱਲ ਇੱਕ ਟ੍ਰੇਨ ਜਿਹੜੀ ਹੈ ਉਹ ਕੈਦੀਆਂ ਦੇ ਭਰ ਕੇ ਤੋਰੀ ਗਈ। ਰਾਵਲਪਿੰਡੀ ਤੇ ਅਟਕ ਦੇ ਵਿਚਕਾਰ ਆਂਦਾ ਸੀ ਹਸਨ ਅਬਦਾਲ ਪੰਜਾ ਸਾਹਿਬ। ਤੇ ਪਿਆਰਿਓ ਉੱਥੋਂ ਦੇ ਸਿੰਘਾਂ ਨੂੰ ਪਤਾ ਲੱਗਿਆ ਕਿ ਸਿੰਘਾਂ ਦੀ ਗੱਡੀ ਭਰ ਕੇ ਉਹਨਾਂ ਨੂੰ ਕੈਦ ਕਰਕੇ ਜਿਹੜੀ ਹੈ ਅੱਗੇ ਅਟਕ ਵਾਲੇ ਬੰਨੇ ਲਿਜਾਇਆ ਜਾ ਰਿਹਾ ਹੈ। ਉਹਨਾਂ ਮਰਜੀਵੜਿਆਂ ਦੀ ਅਸੀਂ ਪ੍ਰਸ਼ਾਦੇ ਪਾਣੀ ਦੇ ਨਾਲ ਸੇਵਾ ਕਰਨੀ ਹੈ। ਇਹ ਜਿਹੜੀ ਟ੍ਰੇਨ ਹੈ ਇੱਥੇ ਰੁਕੇਗੀ। ਸਟੇਸ਼ਨ ਮਾਸਟਰ ਨੂੰ ਆਖਿਆ, ਕਹਿਣ ਲੱਗੇ ਵੀ ਸਾਡੇ ਤੇ ਇੰਨੀ ਕਿਰਪਾ ਕਰਿਓ ਬਈ ਅਸੀਂ ਇਹ ਗੱਡੀ ਦੇ ਵਿੱਚ ਬੈਠੇ ਇਹਨਾਂ ਕੈਦੀ ਸਿੰਘਾਂ ਨੂੰ ਪ੍ਰਸ਼ਾਦ ਪਾਣੀ ਛਕਾਉਣਾ ਚਾਹੁੰਦੇ ਹਾਂ। ਤੇ ਸਟੇਸ਼ਨ ਮਾਸਟਰ ਨੇ ਆਖਿਆ, ਕਹਿਣ ਲੱਗੇ ਕੱਲ ਗੱਡੀ 8 ਵਜੇ ਆ ਜਾਏਗੀ, ਤੁਸੀਂ ਆਪਣੀ ਤਿਆਰੀ ਕਰ ਰੱਖਿਆ ਜੇ, ਮੈਂ ਇਸ਼ਾਰਾ ਕਰਕੇ ਗੱਡੀ ਰੁਕਵਾ ਦਿਆਂਗਾ। ਤੈਅ ਹੋ ਗਿਆ।
शाम ਨੂੰ ਤਿਆਰੀਆਂ ਹੋ ਗਈਆਂ। ਅਗਲੇ ਦਿਨ 8 ਵਜੇ ਤੋਂ ਪਹਿਲਾਂ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਨਿਤਨੇਮ ਹੋਏ, ਪ੍ਰਕਾਸ਼ ਹੁੰਦੇ ਨੇ, ਨਿਤਨੇਮ ਹੁੰਦੇ ਨੇ, ਸਾਰੀ ਮਰਿਆਦਾ ਨਾਲ ਦੀਵਾਨ ਦੇ ਸਮਾਗਮ ਪੂਰੇ ਹੁੰਦੇ ਨੇ। ਇੱਧਰ ਸਿੰਘ ਜਿਹੜੇ ਹਨ ਉਹ ਗੁਰਦੁਆਰੇ ਦੀ ਜਿਹੜੀ ਸੇਵਾ ਤੋਂ ਨਾਲ ਹੀ ਲੰਗਰ ਪ੍ਰਸ਼ਾਦ ਵੀ ਤਿਆਰ ਕਰ ਦਿੰਦੇ ਨੇ। ਸਟੇਸ਼ਨ ਦੇ ਉੱਤੇ ਉਹ ਲੰਗਰ ਪ੍ਰਸ਼ਾਦ ਪਹੁੰਚਾਇਆ ਜਾਂਦਾ ਹੈ। ਤੇ ਅੱਜ ਹਕੂਮਤ ਦੇ ਵੱਲੋਂ 1 ਲੱਖ ਦੇ ਇੱਕੋ ਦਮ ਸਟੇਸ਼ਨ ਮਾਸਟਰ ਨੂੰ ਇਹ ਹੁਕਮ ਹੋ ਗਿਆ ਬਈ ਗੱਡੀ ਇਹ ਪੰਜਾ ਸਾਹਿਬ ਇਸ ਹਸਨ ਅਬਦਾਲ ਸਟੇਸ਼ਨ ਤੇ ਨਹੀਂ ਰੋਕੀ ਜਾਣੀ, ਇਹ ਗੱਡੀ ਸਿੱਧੀ ਹੀ ਜਾਏਗੀ। ਸਟੇਸ਼ਨ ਮਾਸਟਰ ਨੇ ਸਿੰਘਾਂ ਨੂੰ ਆਖਿਆ, ਕਹਿਣ ਲੱਗੇ ਵੀ ਮੈਨੂੰ ਮਾਫ ਕਰਿਓ, ਮੈਨੂੰ ਪਿੱਛੋਂ ਦੀ ਆਰਡਰ ਆ ਗਿਆ ਬਟ ਗੱਡੀ ਕੋਈ ਨਹੀਂ ਰੁਕਣੀ। ਤੇ ਸਿੰਘਾਂ ਨੇ ਆਖਿਆ, ਕਹਿਣ ਲੱਗੇ ਅਸੀਂ ਤਾਂ ਅਰਦਾਸ ਕਰ ਦਿੱਤੀ ਹੈ, ਅਸੀਂ ਤਾਂ ਗੁਰੂ ਕੇ ਚਰਨਾਂ 'ਚ ਅਰਦਾਸ ਕੀਤੀ ਬੈਠੇ ਹਾਂ ਬਈ ਅਸੀਂ ਉਹਨਾਂ ਸਿੰਘਾਂ ਨੂੰ ਪ੍ਰਸ਼ਾਦ ਪਾਣੀ ਲੰਗਰ ਪ੍ਰਸ਼ਾਦ ਛਕਾਉਣਾ ਹੈ। ਸਾਡੀ ਅਰਦਾਸ ਜਿਹੜੀ ਹੈ ਗੁਰੂ ਦੇ ਚਰਨਾਂ 'ਚ ਕੀਤੀ ਹੋਈ ਕਿਵੇਂ ਵਿਫਲੀ ਚਲੀ ਜਾਏਗੀ, ਗੱਡੀ ਤਾਂ ਹੁਣ ਰੁਕੇਗੀ। ਸਟੇਸ਼ਨ ਮਾਸਟਰ ਕਹਿਣ ਲੱਗਾ, ਜੀ ਮੈਂ ਮਜਬੂਰ ਹਾਂ, ਜੇ ਗੱਡੀ ਰੋਕਣ ਦਾ ਮੈਂ ਇਸ਼ਾਰਾ ਕੀਤਾ ਤਾਂ ਮੇਰੀ ਨੌਕਰੀ ਚਲੀ ਜਾਏਗੀ। ਸਿੰਘਾਂ ਨੇ ਆਖਿਆ, ਕਹਿਣ ਲੱਗੇ ਤੇਰੀ ਨੌਕਰੀ ਨਹੀਂ ਜਾਂਦੀ, ਸਾਡੀ ਭਾਵੇਂ ਜਾਨ ਚਲੀ ਜਾਏ ਪਰ ਗੱਡੀ ਰੁਕੇਗੀ, ਗੱਡੀ ਨੂੰ ਰੋਕਣਾ ਹੁਣ ਸਾਡਾ ਕੰਮ ਹੈ। ਪਿਆਰਿਓ, ਕੋਈ 300 ਦੇ ਕਰੀਬ ਸਿੰਘ ਜਿਹੜੇ ਹਨ, ਬੀਬੀਆਂ ਬਜ਼ੁਰਗ, ਉਹਨਾਂ ਬੀਬੀਆਂ ਨੇ ਆਪਣੇ ਨਾਲ ਜਿਨ੍ਹਾਂ ਦੀ ਗੋਦ ਵਿੱਚ ਬੱਚੇ ਨੇ ਉਹ ਬੱਚੇ ਵੀ ਲੈ ਕੇ ਬਹਿ ਗਈਆਂ। 300 ਦੇ ਕਰੀਬ ਤਕਰੀਬਨ ਸੰਗਤ ਜਿਹੜੀ ਹੈ ਬਜ਼ੁਰਗਾਂ ਮਾਈਆਂ ਭਾਈਆਂ ਦੀ, ਜਿਨ੍ਹਾਂ ਦੇ ਵਿੱਚ ਸਭ ਤੋਂ ਅੱਗੇ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ, ਦੋ ਗੁਰੂ ਕੇ ਇਹੋ ਜਿਹੇ ਸਿੱਖ ਮਰਜੀਵੜੇ ਨੇ ਜਿਹੜੇ ਸਭ ਤੋਂ ਅੱਗੇ ਹੋ ਕੇ ਬੈਠੇ ਤੇ ਪਿੱਛੇ ਉਹਨਾਂ ਦੇ ਹੋਰ ਸਰੀਰ ਬੈਠੇ ਨੇ। ਤਕਰੀਬਨ 300 ਗਿਣਤੀ ਵਿੱਚ ਸੰਗਤ ਹੈ। ਔਰ ਪਿਆਰਿਓ, ਗੱਡੀ ਦੀ ਲਾਈਨ ਤੇ ਬਹਿ ਗਏ। ਸਟੇਸ਼ਨ ਮਾਸਟਰ ਨੇ ਬਤੇਰਾ ਆਖਿਆ, ਕਹਿਣ ਲੱਗੇ ਵੀ ਗੱਡੀ ਕੋਈ ਛੋਟੀ ਮੋਟੀ ਚੀਜ਼ ਥੋੜੀ ਨਾ ਹੈ, ਉਹ ਤੁਹਾਡੀਆਂ ਸਰੀਰਾਂ ਦੀਆਂ ਦੇਹਾਂ ਤੋਂ ਲੰਘ ਕੇ ਚਲੀ ਜਾਏਗੀ, ਤੁਹਾਨੂੰ ਦਰੜ ਕੇ ਲੰਘ ਜਾਏਗੀ, ਦਰੜ ਕੇ। ਤੇ ਤੁਸੀਂ ਬੱਚਿਆਂ ਵਾਲਾ ਕੰਮ ਨਾ ਕਰੋ। ਉਹ ਕਹਿਣ ਲੱਗੇ ਬੱਚਿਆਂ ਵਾਲਾ ਕੰਮ ਨਹੀਂ ਕਰ ਰਹੇ, ਨਾ ਸਾਨੂੰ ਬੱਚਾ ਸਮਝਿਆ ਜੇ। ਕਹਿਣ ਲੱਗੇ ਅੱਜ ਉਹ ਹੋ ਜਾਣਾ ਜਿਹੜਾ ਤੁਸੀਂ ਵੀ ਸੋਚਿਆ ਨਹੀਂ ਹੋਏਗਾ, ਅਸੀਂ ਨਹੀਂ ਉੱਠਦੇ ਅੱਜ। ਪਿਆਰਿਓ, ਅਰਦਾਸ ਕੀਤੀ ਹੋਈ ਤੇ ਪ੍ਰਣ ਲੈ ਕੇ ਬਹਿ ਗਏ। ਪਿਆਰਿਓ, ਇਧਰੋਂ ਦੂਰੋਂ ਦੀ ਗੱਡੀ ਜਿਹੜੀ ਹੈ ਆਪਣੇ ਟਾਈਮ ਤੇ ਆ ਗਈ। ਪਾਕਿਸਤਾਨ ਦਾ ਮੁਸਲਮਾਨ, ਅਰਾਈ ਮੁਸਲਮਾਨ ਜਿਹੜਾ ਕਿ ਗੱਡੀ ਦਾ ਡਰਾਈਵਰ ਸੀ, ਉਹਨੇ ਬੜੇ ਹੋਰਨ ਮਾਰੇ, ਕਿਉਂਕਿ ਉਹਨੇ ਦੇਖ ਲਿਆ ਵੀ ਸਾਹਮਣੇ ਬਹੁਤ ਜ਼ਿਆਦਾ ਹਜੂਮ ਜਿਹੜਾ ਹੈ ਉਹ ਸੰਗਤਾਂ ਦਾ ਲਾਈਨ ਤੇ ਬੈਠਾ ਹੋਇਆ ਹੈ। ਉਹਨੇ ਦੂਰੋਂ ਵਿਸਲਾਂ ਮਾਰਨੀਆਂ ਸ਼ੁਰੂ ਕਰਤੀਆਂ, ਕਿਉਂਕਿ ਉਹਨੂੰ ਵੀ ਆਰਡਰ ਨਹੀਂ ਸੀ ਗੱਡੀ ਰੋਕਣ ਦਾ, ਗੱਡੀ ਪੂਰੀ ਸਪੀਡ ਦੇ ਨਾਲ ਅੱਗੇ ਲੰਘਣੀ ਸੀ। ਪਰ ਉਹਨੇ ਬਹੁਤ ਵਿਸਲਾਂ ਮਾਰੀਆਂ, ਬੜੇ ਹੋਰਨ ਮਾਰੇ, ਪਰ ਸਿੰਘਾਂ ਤਾਂ ਪ੍ਰਣ ਕੀਤਾ ਹੋਇਆ ਸੀ। ਪਿਆਰਿਓ, ਕੋਈ ਵੀ ਇੱਕ ਵੀ 300 ਵਿੱਚੋਂ ਕੋਈ ਇੱਕ ਵੀ ਨਾ ਉੱਠਿਆ। ਤੇ ਪਿਆਰਿਓ, ਗੱਡੀ ਜਿਵੇਂ ਯੱਕ ਲਗਦ ਉਹ ਸਟੇਸ਼ਨ ਦੇ ਉੱਤੇ ਆਂਦੀ, ਕਿਉਂਕਿ ਰੁਕਣ ਦਾ ਆਰਡਰ ਨਹੀਂ ਸੀ। ਤੇ ਪਿਆਰਿਓ, ਜਿਵੇਂ ਹੀ ਗੱਡੀ ਬਿਲਕੁਲ ਕੋਲੇ ਆਂਦੀ ਹੈ, ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ, ਇਹਨਾਂ ਦੇ ਸਰੀਰ ਦੇ ਉੱਤੇ ਗੱਡੀ ਜਿਹੜੀ ਹੈ ਇਹ ਚੜ ਜਾਂਦੀ ਹੈ। ਗੱਡੀ ਦਾ ਜਿਹੜਾ ਅਗਲਾ ਛੱਜਾ ਹੈ, ਉਸ ਛੱਜੇ ਨੇ ਕੁਝ ਸਰੀਰ ਚੁੱਕ ਕੇ ਪਰੇ ਸੱਟੇ ਹਨ, ਤੇ ਕੁਝ ਸਰੀਰ ਜਿਹੜੇ ਹਨ ਜਿਵੇਂ ਭਾਈ ਪ੍ਰਤਾਪ ਸਿੰਘ, ਭਾਈ ਕਰਮ ਸਿੰਘ, ਇਹ ਗੱਡੀ ਦੀ ਵਹੀਲ ਦੀ ਟਾਇਰਾਂ ਦੀ ਚਪੇਟ ਵਿੱਚ ਆ ਜਾਂਦੇ ਨੇ। ਰਾਤੀ ਰਾਤ ਹੋ ਜਾਂਦੀ ਹੈ, ਖੂਨ ਹੀ ਖੂਨ ਡੁੱਲ ਜਾਂਦਾ ਹੈ। ਤੇ ਪਿਆਰਿਓ, ਕੁਝ 5-7 ਪ੍ਰਾਣੀਆਂ ਦੀਆਂ ਲੱਤਾਂ ਬਾਹਾਂ ਵੀ ਵੱਡੀਆਂ ਜਾਂਦੀਆਂ ਹਨ, ਪਰ ਟ੍ਰੇਨ ਜਿਹੜੀ ਹੈ ਥਾਂ ਤੇ ਜਾਮ ਹੋ ਜਾਂਦੀ ਹੈ। ਪਿਆਰਿਓ, ਜਦੋਂ ਟ੍ਰੇਨ ਥਾਂ ਤੇ ਜਾਮ ਹੋਈ, ਗੱਡੀ ਰੁਕ ਗਈ। ਔਰ ਉਸ ਵਕਤ ਭਾਈ ਪ੍ਰਤਾਪ ਸਿੰਘ, ਜਿਨ੍ਹਾਂ ਦੀ ਉਮਰ ਉਸ ਵਕਤ 24 ਸਾਲ ਦੀ ਸੀ, ਉਹਨਾਂ ਦਾ ਜਨਮ ਹੈ ਸਨ 1898 ਦਾ, 24 ਸਾਲ ਦੀ ਉਮਰ ਸੀ। ਭਾਈ ਕਰਮ ਸਿੰਘ ਦੀ ਉਮਰ ਜਿਹੜੀ ਹੈ ਉਹ 35 ਸਾਲ ਦੀ ਉਮਰ ਹੈ, ਉਹਨਾਂ ਦਾ ਜਨਮ ਹੈ 1887 ਦਾ। ਤੇ ਪਿਆਰਿਓ, ਇਹਨਾਂ ਦੋਵਾਂ ਨੇ ਅੱਗੇ ਹੋ ਕੇ, ਕਿਉਂਕਿ ਸਭ ਤੋਂ ਅੱਗੇ ਬੈਠੇ ਸਨ, ਇਹਨਾਂ ਦੇ ਸਰੀਰਾਂ ਤੇ ਉਹਦੇ ਗੱਡੀ ਚੜੀ। ਭਾਈ ਪ੍ਰਤਾਪ ਸਿੰਘ ਦਾ ਜਿਹੜਾ ਜਬਾੜਾ ਹੈ ਉਹ ਪੂਰਾ ਦਾ ਪੂਰਾ ਇੱਕ ਸਾਈਡ ਤੋਂ ਪਾਟ ਗਿਆ ਸੀ, ਸਰੀਰ ਦੇ ਉੱਤੇ ਵੀ ਇੱਕ ਸਾਈਡ ਤੋਂ ਗੱਡੀ ਲੰਘੀ ਸੀ, ਤੇ ਦੂਜੇ ਪਾਸੇ ਭਾਈ ਕਰਮ ਸਿੰਘ ਜਿਹੜੇ ਹਨ ਉਹ ਵਹੀਲ ਦੇ ਨਾਲ ਲਪੇਟੇ ਗਏ ਸਨ।
ਇੰਨਾ ਦਰਦਨਾਕ ਉਹਨਾਂ ਦਾ ਸਰੀਰ ਵਲ ਗਿਆ ਸੀ, ਪਰ ਗੱਡੀ ਰੁਕ ਗਈ। ਜਦੋਂ ਗੱਡੀ ਰੁਕੀ ਹੈ, ਸਿੰਘ ਦੌੜ ਕੇ ਉਹਨਾਂ ਨੂੰ ਗੱਡੀ ਥੱਲੋਂ ਕੱਢਣ ਵਾਸਤੇ ਜਦੋਂ ਗਏ ਨੇ, ਉਹਨਾਂ ਦੋਵਾਂ ਮਰਜੀਵੜਿਆਂ ਨੇ, ਹੋਰਨਾਂ ਸਿੰਘਾਂ ਨੇ, ਜਿਹੜੀ ਸੰਗਤ ਬੈਠੀ, ਜਿਹੜੇ ਜ਼ਖਮੀ ਹੋਏ ਤੇ ਹੋਰਨਾਂ ਨੇ ਵੀ ਇੱਕੋ ਜ਼ਬਾਨ ਹੋ ਕੇ ਆਖਿਆ, ਕਹਿਣ ਲੱਗੇ ਸਾਨੂੰ ਨਾ ਕੱਢਣ ਵਾਸਤੇ ਆਵੋ, ਜਿਹੜੇ ਕਾਰਨ ਕਰਕੇ ਗੱਡੀ ਰੋਕੀ ਗਈ ਪਹਿਲਾਂ ਉਹ ਕਾਰਨ ਪੂਰਾ ਕਰੋ। ਕਹਿਣ ਲੱਗੇ ਸਿੰਘਾਂ ਨੂੰ ਪਹਿਲਾਂ ਲੰਗਰ ਛਕਾਵੋ, ਕਿਉਂਕਿ ਜੇ ਤੁਸੀਂ ਸਾਨੂੰ ਗੱਡੀ ਥੱਲੋਂ ਕੱਢ ਲਿਆ, ਇਹਨਾਂ ਨੇ ਗੱਡੀ ਫਿਰ ਤੋੜ ਦੇਣੀ ਇਹਨਾਂ ਨੇ, ਤੇ ਸਾਡਾ ਜਿਹੜਾ ਹੈ ਉਹ ਪ੍ਰਣ ਜਿਹੜਾ ਅਧੂਰਾ ਰਹਿ ਜਾਣਾ। ਸਾਡੀ ਅਰਦਾਸ ਹੈ, ਅਸੀਂ ਅਰਦਾਸ ਕਰਕੇ ਗੱਡੀ ਰੋਕ ਲਈ, ਗੁਰੂ ਕਿਰਪਾ ਸਦਕਾ। ਕਹਿੰਦੇ ਕਿ ਹੁਣ ਲੰਗਰ ਪ੍ਰਸ਼ਾਦ ਛਕਾਵੋ। ਜਿਹੜੀ ਸੰਗਤ ਗੱਡੀ ਤੋਂ ਥੱਲੇ ਉਤਰੀ, ਜਿਹੜੇ ਸਿੰਘ ਉਤਰੇ, ਉਹਨਾਂ ਨੇ ਦੇਖਿਆ ਰਾਤੀ ਰਾਤ ਹੈ, ਖੂਨ ਹੀ ਖੂਨ ਹੈ। ਉਹਨਾਂ ਦਾ ਮਨ ਨਾ ਕੀਤਾ, ਕਹਿਣ ਲੱਗੇ ਵੀ ਅਸੀਂ ਲੰਗਰ ਪ੍ਰਸ਼ਾਦ ਨਹੀਂ ਛਕ ਸਕਦੇ। ਉਹ ਕਹਿਣ ਲੱਗੇ ਨਹੀਂ, ਤੁਸੀਂ ਇਹਨਾਂ ਦੀ ਰਾਤ ਨੂੰ ਨਾ ਦੇਖੋ, ਇਹਨਾਂ ਦੇ ਤਿਆਗ ਨੂੰ ਦੇਖੋ। ਕਹਿਣ ਲੱਗੇ ਇਹਨਾਂ ਦੀਆਂ ਕੁਰਬਾਨੀਆਂ ਵਿਫਲੀਆਂ ਨਾ ਜਾਣ, ਤੁਸੀਂ ਪ੍ਰਸ਼ਾਦਾ ਛਕੋ, ਆਪਣੇ ਮੂੰਹ ਨੂੰ ਲਾਵੋ। ਇਹਨਾਂ ਦੀ ਭਾਵਨਾ ਸੀ ਵੀ ਅਸੀਂ ਭੁੱਖੇ ਸਿੱਖ ਅੱਗੇ ਨਹੀਂ ਜਾਣ ਦੇਣੇ ਜਦ ਤੱਕ ਪ੍ਰਸ਼ਾਦਾ ਨਹੀਂ ਛਕਾ ਦੇਣਾ। ਉਹਨਾਂ ਸਾਰੀ ਸੰਗਤ ਨੇ ਪ੍ਰਸ਼ਾਦਾ ਛਕਿਆ। ਪਿਆਰਿਓ, ਭਾਈ ਜਿਹੜੇ ਪ੍ਰਤਾਪ ਸਿੰਘ ਨੇ, ਇਹਨਾਂ ਦਾ ਜਿਹੜਾ ਸਰੀਰਕ ਚੋਲਾ ਹੈ ਉਹ ਇੱਕ ਦਿਨ ਬਾਅਦ ਇਹਨਾਂ ਨੇ ਛੱਡਿਆ ਇਹਨਾਂ ਨੇ। ਪਰ ਭਾਈ ਕਰਮ ਸਿੰਘ ਜੀ ਜਿਹੜੇ ਨਾ, ਇਹ ਥਾਂ ਤੇ ਹੀ ਆਪਣਾ ਚੋਲਾ ਤਿਆਗ ਗਏ ਸਨ, ਸ਼ਹੀਦ ਹੋ ਗਏ। ਤੇ ਪਿਆਰਿਓ, ਸਿੰਘਾਂ ਨੂੰ ਲੰਗਰ ਛਕਾਇਆ ਗਿਆ। ਹੋਰਨਾਂ ਦੀਆਂ ਜਿਨ੍ਹਾਂ ਦੀਆਂ ਜਾਨਾਂ ਬਚ ਸਕਦੀਆਂ ਸਨ, ਉਹਨਾਂ ਨੂੰ ਪਹੁੰਚਾਇਆ ਗਿਆ ਹਸਪੀਟਲਾਂ ਦੇ ਵਿੱਚ। ਤੇ ਪਿਆਰਿਓ, ਉਹਨਾਂ ਦਾ ਦਵਾ ਦਾਰੂ ਨਾਲ ਇਲਾਜ ਸ਼ੁਰੂ ਹੋਇਆ। ਇਹ ਦੋ ਗੁਰੂ ਕੇ ਸ਼ਹੀਦ ਹੋ ਗਏ, ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ, ਤੇ ਬਾਕੀ ਕੁਝ ਜਣਿਆਂ ਦੀਆਂ ਲੱਤਾਂ ਬਾਹਾਂ ਕੱਟੀਆਂ ਗਈਆਂ। ਤੇ ਪਿਆਰਿਓ, ਇਹਨਾਂ ਦਾ ਪ੍ਰਣ ਪੂਰਾ ਹੋਇਆ, ਸਮਾਂ ਬਣਿਆ। ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਹੈ ਕੌਣ ਸਨ? ਭਾਈ ਪ੍ਰਤਾਪ ਸਿੰਘ ਜੀ ਜਿਹੜੇ ਸਨ, ਇਹਨਾਂ ਦਾ ਜਨਮ 1898 ਦੇ ਵਿੱਚ ਹੁੰਦਾ ਹੈ। ਔਰ ਪਿਆਰਿਓ, ਇਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਵੀ ਹੁੰਦਾ ਹੈ, ਜਿਹੜਾ ਕਿ 2 ਸਾਲ ਦਾ ਜਦੋਂ ਹੋਇਆ ਤੇ ਘਰ ਦੇ ਵਿੱਚ ਖੇਡਦਿਆਂ ਗਰਮ ਪਾਣੀ ਦੇ ਵਿੱਚ ਡਿੱਗ ਗਿਆ ਸੀ, ਤੇ ਪੁੱਤਰ ਦੀ ਵੀ ਮੌਤ ਹੋ ਗਈ ਸੀ। ਪਰ ਇਹਨਾਂ ਨੇ ਆਪਣੇ ਪੁੱਤਰ ਦੀ ਮੌਤ ਤੇ ਭਾਣਾ ਮੰਨਿਆ। ਇਹ ਨਹੀਂ ਆਖਿਆ ਵੀ ਮੇਰਾ ਪੁੱਤਰ ਮੇਰਾ ਖਤਮ ਹੋ ਗਿਆ, ਮੈਂ ਹੁਣ ਸੇਵਾ ਨਹੀਂ ਕਰਨੀ, ਮੈਂ ਹੁਣ ਗੁਰੂ ਵਾਲੇ ਬੰਨੇ ਨਹੀਂ ਆਣਾ। ਨਹੀਂ, ਆ ਸਾਡੀ ਤਾਂ ਪਿਆਰਿਓ ਕੋਈ ਅਰਦਾਸ ਕਿਤੇ ਮਾੜੀ ਮੋਟੀ ਢਿੱਲੀ ਪੈ ਜਾਏ, ਅਸੀਂ ਕੀਤੀ ਹੋਵੇ, ਅਸੀਂ ਕਹਿੰਦੇ ਮੈਂ ਨਿਤਨੇਮ ਹੀ ਨਹੀਂ ਕਰਨਾ, ਮੈਂ ਗੁਰਦੁਆਰੇ ਨਹੀਂ ਜਾਣਾ, ਗੁਰੂ ਮੇਰੀ ਗੱਲ ਹੀ ਨਹੀਂ ਮੰਨਦਾ। ਉਹ ਪਿਆਰਿਓ, ਭਾਈ ਪ੍ਰਤਾਪ ਸਿੰਘ ਦਾ ਪੁੱਤਰ ਖਤਮ ਹੋ ਗਿਆ, 2 ਸਾਲ ਦਾ ਹੋ ਕੇ ਪਾਣੀ ਵਿੱਚ ਡਿੱਗ ਗਿਆ ਸੀ, ਗਰਮ ਪਾਣੀ। ਤੇ ਪਿਆਰਿਓ, ਫਿਰ ਵੀ ਗੁਰੂ ਕੀ ਸਿੱਖੀ ਦੇ ਨਾਲ ਜੁੜੇ ਰਹੇ ਭਾਈ ਪ੍ਰਤਾਪ ਸਿੰਘ। ਉਹਨਾਂ ਦੇ ਮਗਰੋਂ, ਉਹ ਪੁੱਤਰ ਦੇ ਜਾਣ ਮਗਰੋਂ, ਉਹਨਾਂ ਦੇ ਘਰ ਇੱਕ ਧੀ ਪੈਦਾ ਹੋਈ। ਧੀ ਦਾ ਨਾਮ ਸੀ ਜੋਗਿੰਦਰ ਕੌਰ। ਤੇ ਪਿਆਰਿਓ, ਉਹਨਾਂ ਨੇ ਆ ਕੇ ਜਲੰਧਰ ਦੇ ਵਿੱਚ ਆ ਕੇ ਟਿਕਾਣਾ ਕਰ ਲਿਆ ਆਪਣਾ। ਪਹਿਲਾਂ ਉਹ ਫੌਜ ਦੇ ਵਿੱਚ ਅਫਸਰ ਸਨ, ਫੌਜ ਦੇ ਵਿੱਚ ਇੱਕ ਸਿਪਾਹੀ। ਤੇ ਪਿਆਰਿਓ, ਅਫਸਰ ਉਹਨਾਂ ਨੂੰ ਆਖਦਾ, ਕਿਉਂਕਿ ਭਾਈ ਪ੍ਰਤਾਪ ਸਿੰਘ ਜਿਹੜੇ ਨੇ, ਇਹ ਸਿਰ ਤੇ ਕਾਲੀ ਪੱਗ ਬੰਨ੍ਹਦੇ ਸਨ, ਕਿਉਂਕਿ ਉਸ ਵਕਤ ਗੁਰਦੁਆਰਾ ਸੁਧਾਰ ਲਹਿਰ ਬੜੀ ਆਪਣੇ ਜੋਬਨ ਤੇ ਸੀ। ਤੇ ਗੁਰਦੁਆਰਿਆਂ, ਇਤਿਹਾਸਕ ਗੁਰਦੁਆਰਿਆਂ ਨੂੰ ਛਡਾਉਣ ਵਾਸਤੇ ਮੁਹਿੰਮ ਚੱਲੀ ਹੋਈ ਸੀ। ਤੇ ਸਰਕਾਰ ਦੇ ਰੋਸ ਵਜੋਂ ਕਿ ਸਰਕਾਰ ਇਹਨਾਂ ਮਹੰਤਾਂ ਨੂੰ ਹਟਾਵੇ ਤੇ ਗੁਰਦੁਆਰੇ ਦੀਆਂ ਚਾਬੀਆਂ ਇਤਿਹਾਸਕ ਗੁਰਦੁਆਰਿਆਂ ਦੀਆਂ ਉਹ ਗੁਰੂ ਕੇ ਸਿੰਘਾਂ ਨੂੰ ਪਕੜਾਈਆਂ ਜਾਣ। ਪਰ ਇਤਿਹਾਸ ਕਹਿੰਦਾ ਹੈ ਬਈ ਅੰਗਰੇਜ਼ ਬ੍ਰਿਟਿਸ਼ ਸਰਕਾਰ ਮੰਨਦੀ ਨਹੀਂ ਸੀ, ਜਿਸ ਕਰਕੇ ਕਾਲੀਆਂ ਪੱਗਾਂ ਬੰਨ੍ਹ ਕੇ ਆਪਣਾ ਰੋਸ ਮੁਜ਼ਾਹਰਾ ਕਰਦੇ ਸਨ ਸਿੰਘ। ਤੇ ਭਾਈ ਪ੍ਰਤਾਪ ਸਿੰਘ ਫੌਜ ਵਿੱਚ ਹੁੰਦਿਆਂ ਹੋਇਆਂ ਵਰਦੀ ਤਾਂ ਉਹਨਾਂ ਅਨੁਸਾਰ ਹੀ ਪਾਉਣੀ, ਪਰ ਪੱਗ ਉਹਨਾਂ ਨੇ ਕਾਲੀ ਬੰਨ੍ਹਣੀ। ਅਫਸਰ ਨੇ ਆਖਿਆ, ਕਹਿਣ ਲੱਗੇ ਤੈਨੂੰ ਪੱਗ ਵੀ ਉਹੀ ਬੰਨ੍ਹਣੀ ਪਏਗੀ ਜਿਹੜੀ ਫੌਜ ਦੇ ਵਿੱਚ ਸਰਕਾਰ ਨੇ ਨੀਅਤ ਕੀਤੀ ਹੋਈ ਹੈ। ਉਹ ਕਹਿਣ ਲੱਗੇ ਵੀ ਮੈਂ ਪੱਗ ਕਾਲੀ ਹੀ ਬੰਨਾਂਗਾ ਜਦ ਤੱਕ ਗੁਰਦੁਆਰਿਆਂ ਦੇ ਸਾਰੇ ਪ੍ਰਬੰਧ ਗੁਰੂ ਕੇ ਸਿੰਘਾਂ ਦੇ ਹੱਥ ਨਹੀਂ ਆ ਜਾਂਦੇ। ਮੈਂ ਉਨੀ ਦੇਰ ਤੱਕ ਕਾਲੀ ਪੱਗ ਤੋਂ ਹਟਣਾ ਨਹੀਂ। ਮੈਂ ਅਸਤੀਫਾ ਦੇਣ ਵਾਸਤੇ ਤਿਆਰ ਹਾਂ। ਆਪਣਾ ਤਿਆਗ ਪੱਤਰ ਦੇ ਦਿੱਤਾ, ਨੌਕਰੀ ਛੱਡਤੀ, ਕਿਉਂਕਿ ਅਫਸਰ ਨੇ ਆਖਿਆ ਵੀ ਜੇ ਨਹੀਂ ਬੰਨੋਗੇ ਤੁਹਾਡੀ ਨੌਕਰੀ ਜਾਂਦੀ ਰਹੇਗੀ। ਕਹਿਣ ਲੱਗੇ ਨੌਕਰੀ ਦੀ ਪਰਵਾਹ ਨਹੀਂ ਹੈ, ਗੁਰੂ ਕੇ ਸਿਧਾਂਤਾਂ ਦੀ ਪਰਵਾਹ ਹੈ। ਪਿਆਰਿਓ, ਨੌਕਰੀ ਛੱਡਤੀ।
ਤੇ ਪਿਆਰਿਓ ਗੁਰੂ ਕੇ ਸਿੰਘਾਂ ਨੇ ਇੰਨਾ ਸਤਿਕਾਰ ਕੀਤਾ, ਉਹਨਾਂ ਨੂੰ ਪੰਜਾ ਸਾਹਿਬ ਦੇ ਗੁਰਦੁਆਰੇ ਸਾਹਿਬ ਦਾ ਪਹਿਲਾਂ ਮੈਨੇਜਰ ਬਣਾਇਆ, ਮੁੜ ਕੇ ਉਹਨਾਂ ਨੂੰ ਮੈਨੇਜਰ ਤੋਂ ਬਾਅਦ ਸਕੱਤਰ ਬਣਾਇਆ। ਤੇ ਜਦੋਂ ਇਹ ਸਾਕਾ ਹੁੰਦਾ ਪ੍ਰਤਾਪ ਸਿੰਘ ਜੀ ਦੇ ਨਾਲ ਜਦੋਂ ਗੱਡੀ ਚੜ੍ਹਦੀ ਉਹਨਾਂ ਦੇ ਉੱਤੇ, ਉਸ ਵਕਤ ਤੋਂ ਖਜ਼ਾਨਚੀ ਸਨ, ਭਾਵ ਕਿ 3-3 ਪੋਸਟਾਂ ਦੀ ਸੇਵਾ ਕੀਤੀ ਉਹਨਾਂ ਨੇ। ਤੇ ਪਿਆਰਿਓ ਉਸ ਵਕਤ ਤੋਂ ਖਜ਼ਾਨਚੀ ਸਨ। ਉਹਨਾਂ ਨੇ ਗੁਰੂ ਕੇ ਭਾਣੇ ਵਿੱਚ ਰਹਿ ਕੇ ਆਪਣੀ ਜਾਨ ਹੋਲ ਦਿੱਤੀ, ਪਰ ਗੱਡੀ ਰੁਕ ਗਈ। ਪਿਆਰਿਓ ਭਾਈ ਕਰਮ ਸਿੰਘ ਜਿਹੜੇ ਸਨ, ਇਹ ਕੌਣ ਸਨ? ਭਾਈ ਕਰਮ ਸਿੰਘ ਭਾਈ ਭਗਵਾਨ ਸਿੰਘ ਦੇ ਪੁੱਤਰ ਸਨ, ਜਿਹੜੇ ਭਾਈ ਭਗਵਾਨ ਸਿੰਘ ਮਹੰਤ ਬਣ ਕੇ ਅਨੰਦਪੁਰ ਸਾਹਿਬ ਦੇ ਅਸਥਾਨ ਦੇ ਉੱਤੇ ਸੇਵਾ ਕਮਾ ਰਹੇ ਸਨ। ਸਾਰੇ ਮਹੰਤ ਮਾੜੇ ਵੀ ਨਹੀਂ ਸਨ। ਮਹੰਤ ਜਿਹੜੇ ਸਨ ਇਖਲਾਕ ਤੋਂ ਡਿੱਗੇ ਹੋਏ, ਕੁਝ ਮਹੰਤ ਐਸੇ ਭ੍ਰਸ਼ਟੇ ਹੋਏ ਸਨ, ਪਰ ਕੁਝ ਕੁ ਮਹੰਤ ਜਿਹੜੇ ਸਨ ਗੁਰੂ ਕੀ ਸਿੱਖੀ ਵਿੱਚ ਵੀ ਸਨ। ਪਿਆਰਿਓ ਜਿਸ ਕਾਰਨ ਕਰਕੇ ਭਾਈ ਭਗਵਾਨ ਸਿੰਘ, ਉਹਨਾਂ ਦੇ ਘਰ ਦੇ ਵਿੱਚ ਭਾਈ ਕਰਮ ਸਿੰਘ ਦਾ ਜਨਮ ਹੁੰਦਾ ਹੈ। ਤੇ ਭਾਈ ਕਰਮ ਸਿੰਘ ਦਾ ਪਹਿਲਾ ਨਾਮ ਸੀ ਭਾਈ ਸੰਤ ਸਿੰਘ। ਔਰ ਜਦੋਂ ਹਜੂਰ ਸਾਹਿਬ ਦੀ ਧਰਤੀ ਤੋਂ ਭਾਈ ਸੰਤ ਸਿੰਘ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ, ਉਹਨਾਂ ਦਾ ਨਾਮ ਬਦਲ ਕੇ ਸੰਤ ਸਿੰਘ ਤੋਂ ਕਰਮ ਸਿੰਘ ਰੱਖਿਆ ਜਾਂਦਾ ਹੈ। ਤੇ ਜਿਸ ਵਕਤ ਇਹ ਮੁਹਿੰਮ ਚੱਲੀ ਨਾ ਬਈ ਮਹੰਤਾਂ ਦੇ ਕੋਲੋਂ ਗੁਰਦੁਆਰੇ ਆਜ਼ਾਦ ਕਰਾਉਣੇ ਨੇ, ਭਾਈ ਕਰਮ ਸਿੰਘ ਨੇ ਮਹੰਤ ਨਰੈਣ ਦਾਸ ਵਰਗਾ ਕੋਈ ਮਾੜਾ ਕੰਮ ਨਹੀਂ ਕੀਤਾ। ਮਹੰਤ ਨਰੈਣੂ ਤਾਂ ਜਿਹੜਾ ਸਾਕਾ ਨਨਕਾਣਾ ਸਾਹਿਬ ਜਿਹੜਾ ਮਹੰਤ ਸੀ ਨਰੈਣੂ, ਉਹ ਤਾਂ ਛੱਡਣ ਵਾਸਤੇ ਤਿਆਰ ਹੀ ਨਹੀਂ ਸੀ ਨਨਕਾਣਾ ਸਾਹਿਬ ਨੂੰ। ਪਰ ਭਾਈ ਭਗਵਾਨ ਸਿੰਘ ਜਿਹੜੇ ਸਨ, ਮਹੰਤ ਜਿਹੜੇ ਸਨ ਅਨੰਦਪੁਰ ਸਾਹਿਬ ਦੇ, ਇਹਨਾਂ ਨੇ ਜਦੋਂ ਆਪਣੀ ਪੂਰੀ ਸੇਵਾ ਨਿਭਾਈ ਤੇ ਪਿਆਰਿਓ ਫਿਰ ਭਾਈ ਕਰਮ ਸਿੰਘ ਦੇ ਹੱਥ ਵਿੱਚ ਮਹੰਤੀ ਆ ਗਈ। ਜਦੋਂ ਗੁਰਦੁਆਰਾ ਸੁਧਾਰ ਲਹਿਰ ਦੀ ਮੁਹਿੰਮ ਚੱਲੀ ਵੀ ਚਾਬੀਆਂ ਮਹੰਤਾਂ ਕੋਲੋਂ ਲਈਆਂ ਜਾਣਗੀਆਂ, ਇਹਨਾਂ ਨੇ ਆਪਣੇ ਆਪ ਹੀ ਚਾਬੀਆਂ ਪਕੜੀਆਂ ਤੇ ਬੜੇ ਹੱਥ ਜੋੜ ਕੇ ਕਹਿਣ ਲੱਗੇ, ਅਸੀਂ ਵੀ ਮਹੰਤੀ ਹੁੰਨੇ ਆ, ਪਰ ਅਸੀਂ ਗੁਰੂ ਕੇ ਸਿੱਖ ਹੁੰਨੇ ਆ, ਅਸੀਂ ਇਖਲਾਕ ਤੋਂ ਮਾੜੇ ਨਹੀਂ, ਅਸੀਂ ਸਰਕਾਰ ਦੇ ਅਨੁਸਾਰ ਨਹੀਂ ਚੱਲਣਾ, ਅਸੀਂ ਗੁਰੂ ਕੇ ਸਿੱਖੀ ਅਨੁਸਾਰ ਚੱਲਣਾ। ਤੁਸੀਂ ਇਹ ਚਾਬੀਆਂ ਲਓ ਤੇ ਜਿਹਨੂੰ ਤੁਸੀਂ ਦੇਣੀਆਂ ਤੁਸੀਂ ਉਹਨਾਂ ਨੂੰ ਦੇ ਦਿਓ, ਅਸੀਂ ਇਹ ਸੇਵਾ ਛੱਡ ਰਹੇ ਹਾਂ। ਭਾਈ ਕਰਮ ਸਿੰਘ ਇੰਨੇ ਚੰਗੇ ਇਖਲਾਕ ਦੇ ਮਾਲਕ ਸਨ, ਮਹੰਤ ਉਹ ਵੀ ਸਨ, ਮਹੰਤ ਦੇ ਪੁੱਤਰ ਸਨ, ਪਰ ਪਿਆਰਿਓ ਉਹਨਾਂ ਨੇ ਚਾਬੀਆਂ ਨਹੀਂ ਆਪਣੇ ਕੋਲ ਸੰਜੋ ਕੇ ਰੱਖੀਆਂ। ਤੇ ਪਿਆਰਿਓ ਉਹ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ, ਉਹ ਪੰਜਾ ਸਾਹਿਬ ਸਾਕੇ ਦੇ ਦੌਰਾਨ ਜਦੋਂ ਗੱਡੀ ਰੋਕਣ ਦਾ ਸਵਾਲ ਸੀ ਤੇ ਪਿਆਰਿਓ ਗੱਡੀ ਉਹਨਾਂ ਨੇ ਆਪਣੇ ਤਨ ਦੇ ਉੱਤੇ ਰੋਕ ਦਿੱਤੀ। ਬਾਅਦ ਵਿੱਚ ਸਟੇਸ਼ਨ ਮਾਸਟਰ ਜਿਹੜਾ ਹੈ ਨਾ, ਇਹਦੇ ਬਿਆਨਾਂ ਦੇ ਉੱਤੇ ਗੱਡੀ ਦੇ ਡਰਾਈਵਰ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਅੰਗਰੇਜ਼ ਸਰਕਾਰ ਵੱਲੋਂ ਸੀ ਹੁਕਮ ਸੀ ਵੀ ਤੂੰ ਗੱਡੀ ਰੋਕਣੀ ਨਹੀਂ। ਉਹਨੂੰ ਉਹਦੇ ਤੇ ਮੁਕੱਦਮਾ ਚਲਾ ਦਿੱਤਾ ਗਿਆ ਗੱਡੀ ਦੇ ਡਰਾਈਵਰ ਤੇ। ਤੇ ਜਦੋਂ ਉਹਦੀ ਸਟੇਟਮੈਂਟ ਲਈ ਗਈ, ਉਹਨੂੰ ਆਖਿਆ ਗਿਆ ਵੀ ਜਦੋਂ ਤੈਨੂੰ ਹੁਕਮ ਸੀ ਤੂੰ ਗੱਡੀ ਰੋਕਣੀ ਨਹੀਂ ਤੇ ਤੂੰ ਗੱਡੀ ਰੋਕੀ ਕਿਉਂ? ਤੇ ਡਰਾਈਵਰ ਕਹਿੰਦਾ ਹੈ ਵੀ ਮੇਰੀ ਗੱਲ ਨੂੰ ਸੱਚ ਜਾਣਿਓ, ਮੈਂ ਗੱਡੀ ਆਪਣੇ ਵੱਲੋਂ ਬਿਲਕੁਲ ਨਹੀਂ ਰੋਕੀ। ਕਹਿਣ ਲੱਗੇ ਗੱਡੀ ਸਪੀਡ ਤੇ ਹੀ ਸੀ, ਪਰ ਜਦੋਂ ਗੱਡੀ ਉਹਨਾਂ ਸਰੀਰਾਂ ਦੇ ਵਿੱਚ ਵੱਜਦੀ ਹੈ, ਕਹਿਣ ਲੱਗੇ ਮੈਨੂੰ ਇੰਜ ਲੱਗਿਆ ਵੀ ਇਹ ਗੱਡੀ ਕਿਸੇ ਸਰੀਰ ਨੂੰ ਨਹੀਂ ਵੱਜੀ, ਇਹ ਤਾਂ ਜਿਵੇਂ ਕਿਸੇ ਵੱਡੇ ਪਹਾੜ ਨੂੰ ਵੱਜੀ ਹੁੰਦੀ ਹੈ। ਕਹਿਣ ਲੱਗੇ ਯਕ ਲੱਖ ਦੇ ਇੰਨਾ ਤੇਜ਼ ਮੈਨੂੰ ਝਟਕਾ ਲੱਗਿਆ, ਪੂਰੀ ਗੱਡੀ ਦੇ ਇੰਜਨ ਨੂੰ ਵੀ ਇੱਕ ਹਿੱਲ ਜੁਲ ਹੋ ਗਈ। ਤੇ ਪਿਆਰਿਓ ਗੱਡੀ ਦਾ ਇੰਜਨ ਜਿਹੜਾ ਕਹਿੰਦੇ ਜਦੋਂ ਹਿੱਲਿਆ, ਮੇਰੇ ਹੱਥ ਤੋਂ ਜਿਹੜਾ ਵੈਕਿਊਮ ਸੀ, ਕਹਿਣ ਲੱਗਾ ਉਹ ਵੈਕਿਊਮ ਮੇਰੇ ਹੱਥੋਂ ਇੱਕੋ ਦਮ ਆਪਣੇ ਆਪ ਹੀ ਛੁੱਟ ਗਿਆ ਤੇ ਗੱਡੀ ਰੁਕ ਗਈ। ਜਦੋਂ ਗੱਡੀ ਦੀ ਪੜਚੋਲ ਕਰਾਈ ਗਈ, ਸਾਰੀ ਇਨਵੈਸਟੀਗੇਸ਼ਨ ਕਰਾਈ ਗਈ ਤੇ ਗੱਲ ਬਿਲਕੁਲ ਸੱਚ ਨਿਕਲੀ ਵੀ ਡਰਾਈਵਰ ਨੇ ਬ੍ਰੇਕ ਨਹੀਂ ਮਾਰੀ, ਇਹ ਗੱਡੀ ਆਪਣੇ ਆਪ ਹੀ ਥਾਂ ਤੇ ਜਾਮ ਹੋ ਗਈ। ਤੇ ਪਿਆਰਿਓ ਸੱਚ ਜਾਣਿਓ, ਜਾਮ ਹੋਵੇ ਵੀ ਕਿਉਂ ਨਾ, ਕਿਉਂਕਿ ਇਹ ਅਸਥਾਨ ਉਹ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੱਡੇ ਪਹਾੜ ਜਿਹੜਾ ਬੜੀ ਕੰਧਾਰੀ ਵੱਲੋਂ ਰੋੜਿਆ ਗਿਆ ਸੀ ਤੇ ਗੁਰੂ ਨੇ ਆਪਣੇ ਪੰਜੇ ਨੂੰ ਲਾ ਕੇ ਵੱਡੇ ਪਹਾੜ ਨੂੰ ਰੋਕ ਲਿਆ ਸੀ। ਪਿਆਰਿਓ ਇਹ ਉਹ ਸਥਾਨ ਹੈ। ਤੇ ਪਿਆਰਿਓ ਇੱਥੇ ਵੀ ਗੁਰੂ ਕੀਆਂ ਉਹੀਓ ਕਲਾਵਾਂ ਵਰਤੀਆਂ। ਪਿਆਰਿਓ ਅਰਦਾਸ ਕੀਤੀ ਸੀ ਸਿੰਘਾਂ ਨੇ, ਗੱਡੀ ਰੋਕਣੀ ਹੈ ਤੇ ਵਿੱਚ ਗੁਰੂ ਆਪ ਸਹਾਈ ਹੋਇਆ। ਪਿਆਰਿਓ ਉਹਨਾਂ ਸਰੀਰਾਂ ਦੇ ਵਿੱਚ ਗੱਡੀ ਨਹੀਂ, ਡਰਾਈਵਰ ਕਹਿੰਦਾ ਮੈਨੂੰ ਇੰਜ ਲੱਗਿਆ ਜਿਵੇਂ ਵੱਡੇ ਪਹਾੜ 'ਚ ਗੱਡੀ ਵੱਜੀ ਹੋਵੇ ਤੇ ਅੱਗੇ ਤੁਰ ਹੀ ਨਹੀਂ ਸਕੀ, ਥਾਂ ਤੇ ਜਾਮ ਹੋ ਗਈ। ਪਿਆਰਿਓ ਇਹ ਅਰਦਾਸ ਦੀ ਇੱਕ ਕਿਰਪਾ ਹੈ। ਜਿਹੜੇ ਅਰਦਾਸ ਕਰਕੇ ਕਿਸੇ ਕੰਮ ਨੂੰ ਤੋਰਦੇ ਹਨ ਨਾ ਪਿਆਰਿਓ, ਉਹ ਅਰਦਾਸ ਦਾ ਪ੍ਰਣ ਪੂਰਾ ਕਰ ਜਾਂਦੇ ਨੇ। ਤੇ ਪਿਆਰਿਓ ਸਮਾਂ ਆਇਆ, ਕਲਕੱਤੇ ਤੋਂ ਪਾਦਰੀ ਆਇਆ ਤੇ ਪਿਆਰਿਓ ਉਹਨੇ ਵੀ ਸਟੇਟਮੈਂਟਾਂ ਦਿੱਤੀਆਂ
गुरु के बाग दे उन्हें ਸਿੰਘਾਂ ਨੂੰ तशद्दद खाते हुए कुटा खाते हुए देखिया। कहने लगे मैं तो अपने एक ईसा ਨੂੰ ਮੰਨਦਾ, पर कहने लगे इत्थे तो गुरु के बाग दे डांगा खाते मैं कई सिख ਜਿਹੜੇ ਕੁੱਟੇ ਜਾਂਦੇ ਨੇ ਡਾਂਗਾਂ ਦੇ ਨਾਲ, ਪਰ ਫਿਰ ਵੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ, ਉਹਨਾਂ ਨੇ ਕਦੇ ਹੱਥ ਹੀ ਨਾ ਚੁੱਕਿਆ। ਕਹਿਣ ਲੱਗੇ ਮੈਂ ਤਾਂ ਦੇਖਿਆ ਇੱਕ ਈਸਾ ਨੂੰ, ਪਰ ਮੇਰੇ ਸਾਹਮਣੇ ਤਾਂ ਕਈ ਈਸਾ ਕਹਿਣ ਲੱਗੇ ਮੇਰੇ ਸਾਹਮਣੇ ਤਸ਼ੱਦਦ ਸਹਾਰਦੇ ਮੈਨੂੰ ਨਜ਼ਰ ਆਏ। ਆ ਪੰਜਾ ਸਾਹਿਬ ਦਾ ਜਿਹੜਾ ਸਾਕਾ ਹੈ ਅੱਜ ਦੇ ਦਿਹਾੜੇ ਦੇ ਨਾਲ ਸੰਬੰਧਿਤ ਹੈ, 30 ਅਕਤੂਬਰ 1922। ਪਿਆਰਿਓ ਅੱਜ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਚੜ੍ਹਦੀਆਂ ਕਲਾਂ ਦੀਆਂ ਪਾਤਸ਼ਾਹ ਜੀ ਦਾਤਾਂ ਬਖਸ਼ਿਸ਼ ਕਰਨ। ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਉਹ ਸ਼ਹੀਦ ਹੋ ਜਾਂਦੇ ਹਨ। ਤੇ ਪਿਆਰਿਓ ਜਿਹੜੀ ਬ੍ਰਿਟਿਸ਼ ਸਰਕਾਰ ਇਹ ਗੱਲ ਆਖਦੀ ਸੀ ਬਈ ਸਾਡੀਆਂ ਜੇਲ੍ਹਾਂ 'ਚ ਬੜਾ ਵੱਡਾ ਪ੍ਰਬੰਧ ਹੈ, ਸਾਡੀਆਂ ਜੇਲ੍ਹਾਂ ਨਹੀਂ ਮੁੱਕਣੀਆਂ, ਕਹਿਣ ਲੱਗੇ ਉਹ ਬ੍ਰਿਟਿਸ਼ ਸਰਕਾਰ ਵੀ ਹੱਥ ਜੋੜਨ ਤੇ ਆ ਗਈ ਬਈ ਸਾਡੇ ਕੋਲ ਜੇਲ੍ਹਾਂ ਘੱਟ ਪੈ ਗਈਆਂ, ਬਈ ਤੁਸੀਂ ਮੋਰਚਾ ਫਤਿਹ ਕਰ ਲਿਆ, ਤੁਸੀਂ ਜਿੱਤ ਗਏ, ਅਸੀਂ ਤੁਹਾਡੇ ਸਾਰੇ ਸਿੰਘ ਰਿਹਾ ਕਰਦੇ ਹਾਂ। ਅਰਦਾਸ ਵਿੱਚ ਇੰਨੀ ਤਾਕਤ ਪਿਆਰਿਓ, ਸਿੰਘ ਵੀ ਰਿਹਾ ਹੋ ਗਏ, ਮੋਰਚਾ ਵੀ ਫਤਿਹ ਹੋ ਗਿਆ। ਜਿਹੜੀ ਬ੍ਰਿਟਿਸ਼ ਸਰਕਾਰ ਵਿੱਚ ਕਹਿੰਦੇ ਸਨ ਕਦੇ ਸੂਰਜ ਨਹੀਂ ਡੁੱਬਦਾ, ਕਹਿਣ ਲੱਗੇ ਸਿੰਘਾਂ ਨੇ ਆਪਣੀ ਗੁਰੂ ਦੇ ਚਰਨਾਂ 'ਚ ਕੀਤੀ ਹੋਈ ਅਰਦਾਸ ਦੇ ਨਾਲ ਉਹਨਾਂ ਦਾ ਸੂਰਜ ਵੀ ਡੁਬਾ ਦਿੱਤਾ। ਗੁਰੂ ਕਿਰਪਾ ਕਰੇ ਜਦੋਂ ਪਿਆਰਿਓ ਅਸੀਂ ਕਿਸੇ ਪਦਵੀ ਨੂੰ ਲੈ ਕੇ ਉਹਨੂੰ ਪਦਵੀ ਨੂੰ ਆਪਣੇ ਨਿੱਜ ਵਾਸਤੇ ਵਰਤਨੇ ਆ ਨਾ ਪਿਆਰਿਓ, ਤੇ ਫਿਰ ਬੜੀਆਂ ਬੜੀਆਂ ਘਾਟਾਂ ਜ਼ਿੰਦਗੀ 'ਚ ਪੈਦਾ ਹੋ ਜਾਂਦੀਆਂ ਨੇ। ਪਰ ਜੇ ਅਸੀਂ ਗੁਰੂ ਕੇ ਕਿਸੇ ਸੇਵਾ ਵਾਲੇ ਕਰਮ ਨੂੰ ਆਪਣੇ ਨਿੱਜ ਵਾਸਤੇ ਨਾ ਵਰਤ ਕੇ ਆਪਣੀ ਕੌਮ ਵਾਸਤੇ ਗੁਰੂ ਘਰ ਦੀ ਸੇਵਾ ਵਾਸਤੇ ਸਮਰਪਿਤ ਹੋ ਕੇ ਜਦੋਂ ਆਪਾਂ ਸੇਵਾ ਦੇ ਰੂਪ 'ਚ ਲੈ ਕੇ ਚੱਲਾਂਗੇ ਨਾ ਪਿਆਰਿਓ, ਤੇ ਸਾਡੇ ਵੱਲੋਂ ਕੀਤੇ ਹੋਏ ਸੇਵਾ ਦੇ ਕਰਮ ਸਾਡੇ ਅਰਥ ਵੀ ਲੱਗਣਗੇ, ਕੌਮ ਦਾ ਵੀ ਭਲਾ ਹੋਏਗਾ, ਔਰ ਪਿਆਰਿਓ ਆਉਣ ਵਾਲੇ ਸਮੇਂ ਦੇ ਅੰਦਰ ਗੁਰੂ ਕੀ ਸਿੱਖੀ ਦੇ ਵਿੱਚ ਵੀ ਵਾਧਾ ਹੋਏਗਾ। ਤੇ ਜਿਹੜਾ ਮਰਜ਼ੀ ਪਿਆਰਿਓ ਮੋਰਚਾ ਹੋਵੇ ਗੁਰੂ ਕਾ ਸਿੱਖ ਫਤਿਹ ਕਰ ਹੀ ਲਏਗਾ। ਭਾਵੇਂ ਜੇ ਉਸ ਵਕਤ ਬ੍ਰਿਟਿਸ਼ ਸਰਕਾਰਾਂ ਦੇ ਸਾਹਮਣੇ ਜਿਹੜੇ ਸਿੰਘ ਨਹੀਂ ਸੀ ਹਾਰੇ, ਅੱਜ ਵੀ ਪਿਆਰਿਓ ਅਰਦਾਸ ਦੇ ਵਿੱਚ ਇੰਨੀ ਹੀ ਕਿਰਪਾ ਹੈ, ਜੇ ਅੱਜ ਵੀ ਪਿਆਰਿਓ ਅਸੀਂ ਅਰਦਾਸਾਂ ਕਰਕੇ ਗੁਰੂ ਕੇ ਚਰਨਾਂ ਵਿੱਚੋਂ ਮੋਰਚੇ ਫਤਿਹ ਕਰਨ ਵਾਸਤੇ ਤੁਰ ਪਈਏ ਨਾ ਪਿਆਰਿਓ, ਹਾਰਦੇ ਅੱਜ ਵੀ ਕੋਈ ਨਹੀਂ ਆਪਾਂ। ਗੁਰੂ ਕਿਰਪਾ ਕਰੇ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚੇ ਸ਼ੁਰੂ ਹੋ ਚੁੱਕੇ ਨੇ, ਤੇ ਸਾਰਿਆਂ ਨੂੰ ਇਕਜੁੱਟ ਹੋਣ ਵਾਸਤੇ ਬੇਨਤੀ ਹੈ ਪਿਆਰਿਓ। ਆਪਾਂ ਉਹਨਾਂ ਬੰਦੀ ਸਿੰਘਾਂ ਵਾਸਤੇ ਰਿਹਾਈ ਵਾਸਤੇ ਵੀ ਆਪਾਂ ਬੇਨਤੀਆਂ ਮਾਲਕ ਦੇ ਚਰਨਾਂ 'ਚ ਕਰਨੀਆਂ ਨੇ। ਜਿਹੜੇ ਮੋਰਚੇ ਲੱਗਣਗੇ ਉਹ ਵੀ ਲਾਵਾਂਗੇ ਪਿਆਰਿਓ। ਤੇ ਗੁਰੂ ਕਿਰਪਾ ਕਰੇ ਸਾਨੂੰ ਉਹ ਪੰਜਾ ਸਾਹਿਬ ਦੇ ਸਾਕੇ ਦੀ ਤਰ੍ਹਾਂ ਪਿਆਰਿਓ ਸਾਨੂੰ ਕੀਤੀ ਹੋਈ ਅਰਦਾਸ ਤੇ ਭਰੋਸਾ ਹੋਵੇ, ਜੇ ਗੁਰੂ ਕਿਰਪਾ ਕਰਕੇ ਵਿੱਚ ਵਰਤ ਕੇ ਇੰਨੀਆਂ ਵੱਡੀਆਂ ਗੱਡੀਆਂ ਰੁਕਵਾ ਸਕਦਾ ਹੈ ਤੇ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਵਾ ਸਕਦਾ ਹੈ। ਗੁਰੂ ਕਿਰਪਾ ਕਰੇ ਉਹਨਾਂ ਮਹਾਨ ਸ਼ਹੀਦਾਂ ਨੂੰ, ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ, ਉਹਨਾਂ ਗੁਰੂ ਕੇ ਮਰਜੀਵੜਿਆਂ ਨੂੰ, ਤੇ ਜਿਨ੍ਹਾਂ ਮਰਜੀਵੜਿਆਂ ਦੀਆਂ ਇਸ ਸਾਕੇ ਵਿੱਚ ਦੇਹਾਂ ਲੱਗੀਆਂ, ਜਿਹੜੇ ਜ਼ਖਮੀ ਹੋਏ, ਜਿਨ੍ਹਾਂ ਨੇ ਇਸ ਮੋਰਚੇ ਵਿੱਚ ਆਪਣਾ ਹਿੱਸਾ ਪਾਇਆ, ਉਹਨਾਂ ਸਾਰਿਆਂ ਪ੍ਰਾਣੀਆਂ ਨੂੰ, ਤੇ ਸ਼ਹੀਦ ਹੋਏ ਉਹਨਾਂ ਸ਼ਹੀਦਾਂ ਨੂੰ, ਉਹਨਾਂ ਨੂੰ ਕੋਟ ਕੋਟ ਉਹਨਾਂ ਨੂੰ ਪ੍ਰਣਾਮ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਮਾਲਕ ਜੀ ਸਿੱਖੀ ਦੀ ਦਾਤ ਤੇ ਅਰਦਾਸ ਤੇ ਭਰੋਸਾ ਬਖਸ਼ਿਸ਼ ਕਰਨ, ਤਾਂ ਕਿ ਸਾਡੇ ਵੀ ਹੋ ਜਾਣ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬੇਨਤੀਆਂ ਦੀ ਪ੍ਰਵਾਨਗੀ ਦੇਣੀ ਜੀ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।